ਬਿਸਮਿल्लाह-रहमान-रहीम ਤੇ अस्सलाम वालेकुम। 15 ਜੂਨ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 198। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੇ ਤੁਹਾਨੂੰ ਉਰਦੂ ਵੀਲੌਗ 'ਚ ਪਤਾ ਲੱਗ ਹੀ ਗਈ ਹੈ ਕਿ ਡੀਲ ਹੋ ਗਈ ਆਖਰਕਾਰ। ਜੰਗ ਬੰਦ ਹੋ ਗਈ, ਡੀਲ ਹੋ ਗਈ। 14 ਪੁਆਇੰਟ ਨੇ। ਸਵਿਟਜ਼ਰਲੈਂਡ ਦੇ ਵਿੱਚ ਜਨੀਵਾ ਉਹਦਾ ਸ਼ਹਿਰ ਹੈ, ਉੱਥੇ ਇਹ ਸਾਈਨ ਹੋਣੀ ਹੈ। ਔਰ ਸਦਰ ਟਰੰਪ ਨੇ ਵੀ ਐਲਾਨ ਕਰ ਦਿੱਤਾ, ਅਰਦਲੀ ਸਾਹਿਬ ਨੇ ਵੀ ਕਰ ਦਿੱਤਾ ਤੇ ਈਰਾਨ ਨੇ ਵੀ ਕਰ ਦਿੱਤਾ। ਡੀਲ ਦੇ ਉੱਤੇ ਸ਼ਾਇਦ ਸ਼ਹਿਬਾਜ਼ ਸ਼ਰੀਫ ਔਰ ਆਸਿਮ ਮੁਨੀਰ ਸਾਹਿਬ ਖੁਦ ਪਹੁੰਚਣ, ਔਰ ਇਹ ਵੀ ਹੋ ਸਕਦਾ ਕਿ ਬਹੁਤੀਆਂ ਸਾਰੀਆਂ ਪਾਰਟੀਆਂ ਵਿਰਚੁਅਲੀ ਆਨਲਾਈਨ ਹੀ ਇਸ ਡੀਲ 'ਚ ਸ਼ਾਮਿਲ ਹੋਣ। ਇਹ ਬਹਰਹਾਲ ਹੁਣ ਅੱਜ ਤੋਂ ਥੋੜ੍ਹੇ ਘੰਟਿਆਂ ਬਾਅਦ ਪਤਾ ਲੱਗ ਜਾਏਗਾ, ਲੇਕਿਨ ਡੀਲ ਹੋ ਗਈ, ਚੰਗੀ ਗੱਲ ਹੈ, ਜੰਗ ਮੁੱਕ ਗਈ। ਇਸ ਗੱਲ ਦੇ ਉੱਤੇ ਅਸੀਂ ਬੜੀ ਤਫਸੀਲ ਨਾਲ ਉਰਦੂ ਵੀਲੌਗ 'ਚ ਗੱਲ ਕੀਤੀ ਹੈ, ਉੱਥੇ ਸੁਣ ਲਓ। ਇੱਥੇ ਅਸੀਂ ਦੂਜੀਆਂ ਜਿਹੜੀਆਂ ਅਹਿਮ ਖਬਰਾਂ ਨੇ ਉਹ ਜ਼ਰਾ ਸ਼ਾਮਿਲ ਕਰ ਲਈ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸਰਕਾਰੀ ਸਕੂਲਾਂ ਦਾ ਅਹਵਾਲ ਤੇ ਤੁਹਾਨੂੰ ਦੱਸ ਹੀ ਚੁੱਕੇ ਹਾਂ। ਹੁਣ ਅਗਲੀ ਖਬਰ ਇਹ ਆਈ ਹੈ ਕਿ ਯੂਨੀਵਰਸਿਟੀਆਂ ਤੇ ਕਾਲਜ ਵੀ ਵੇਚਣ ਲੱਗੇ ਨੇ। ਹਾਂਜੀ, ਕੋਈ ਸ਼ਹਿਰ ਰਹਿ ਨਾ ਜਾਏ ਜਿਹੜੀ ਠੇਕੇ ਤੇ ਨਾ ਦੇ ਦੇਣ। ਇਹਨਾਂ ਹਰ ਸ਼ਹਿਰ ਠੇਕੇ ਤੇ ਦੇ ਦਿੱਤੀ ਹੈ। ਹੁਣ ਜਿਹੜੇ ਸਕੂਲ ਨੇ, ਕਾਮਰਸ ਕਾਲਜਿਸ ਨੇ, ਆਪਣਾ ਸਕੂਲ ਕਹਿ ਦਿੱਤਾ, ਕਾਲਜਿਸ ਨੇ, ਕਾਮਰਸ ਕਾਲਜਿਸ ਨੇ, ਦੂਸਰੇ ਕਾਲਜਿਸ ਨੇ, ਤੁਹਾਨੂੰ ਪਤਾ ਉਹਨਾਂ ਦਾ ਬੜਾ ਮਹਿੰਗਾ ਰਕਬਾ ਵੀ ਹੁੰਦਾ। ਅਕਸਰ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਹੀ ਮਹਿੰਗਾ ਰਕਬਾ ਹੁੰਦਾ। ਉਹ ਸਾਰਾ ਕੁਝ ਜਿਹੜਾ ਹੁਣੇ ਠੇਕੇ ਤੇ ਦੇਣ ਲੱਗੇ ਨੇ ਪ੍ਰਾਈਵੇਟ ਪਾਰਟੀਆਂ ਨੂੰ। ਲੇਕਿਨ ਇੰਟਰਸਟਿੰਗ ਗੱਲ ਇਹ ਹੈ ਕਿ ਉਹਦੇ ਵਾਸਤੇ ਕੋਈ ਪਤਾ ਨਹੀਂ 13 ਕਿ 18 ਰੁਕਨੀ ਕਮੇਟੀ ਵੀ ਬਣਾਤੀ ਹੈ। ਔਰ ਸਭ ਤੋਂ ਉਸ ਤੋਂ ਵੀ ਇੰਟਰਸਟਿੰਗ ਗੱਲ ਹੈ ਕਿ ਉਹ ਜਿਹੜੇ ਕਾਲਜਿਸ ਨੇ ਉਹਨਾਂ ਦਾ ਪਹਿਲਾਂ ਪੂਰਾ ਸ਼ਬਾ ਕਰਨਾ ਹੈ ਉਹਨਾਂ ਨੂੰ। ਇਹ ਜ਼ਰਾ ਗੌਰ ਕਰੋ, ਠੇਕੇ ਤੇ ਦਿੰਦੇ ਹੋ ਤੇ ਜਿਹੜੇ ਬੰਦੇ ਨੂੰ ਠੇਕੇ ਤੇ ਦਿੰਦੇ ਹੋ ਉਹਨੂੰ ਕਰਨ ਦਿਓ ਉਹਨਾਂ ਨੂੰ ਠੀਕ ਠਾਕ। ਨਹੀਂ, ਉਹਨਾਂ ਦੇ ਉੱਤੇ ਤੁਹਾਡਾ ਪੈਸਾ ਲਾਣਾ ਟੈਕਸ ਪੇਅਰ ਦਾ, ਪਹਿਲਾਂ ਜਿਹੜਾ ਤੁਹਾਡੇ ਕੋਲੋਂ ਲਿਆ, ਜਿਹੜਾ ਤੁਸੀਂ ਟੈਕਸ ਦੇ ਵਿੱਚ ਦੇ ਰਹੇ ਹੋ। ਉੱਥੇ ਉਹਨਾਂ ਨੇ ਉਹਦਾ ਰੰਗ ਰੋਗਨ, ਉਹਦੀ ਜਿਹੜਾ ਨਵੇਂ ਦਰਵਾਜ਼ੇ, ਖਿੜਕੀਆਂ, ਹਰ ਸ਼ੈ, ਉੱਥੇ ਫਰਨੀਚਰ ਸਭ ਨਵਾਂ ਕਰਕੇ ਫਿਰ ਉਹਨੂੰ ਠੇਕੇ ਤੇ ਦੇ ਦੇਣਾ ਵੀ ਲੈ ਬਈ ਪੁੱਤਰ ਹੁਣ ਇੱਥੋਂ ਤੁਸੀਂ ਪੈਸੇ ਕਮਾਓ। ਅੱਛਾ, ਯੂਨੀਵਰਸਿਟੀਆਂ ਨੂੰ ਵੀ ਠੇਕੇ ਤੇ ਦੇਣ ਦੀ ਸੋਚਣ ਡਏ ਨੇ। ਸੋਚੋ, ਸਰਕਾਰੀ ਯੂਨੀਵਰਸਿਟੀਆਂ ਤੱਕ ਅਗਰ ਇਹਨਾਂ ਵੇਚ ਦਿੱਤੀਆਂ ਜਾਂ ਠੇਕੇ ਤੇ ਦੇ ਦਿੱਤੀਆਂ ਤੇ ਕੀ ਬਣੇਗਾ? ਜਿਹੜਾ ਦੁਕਾਨਦਾਰ ਉਹਨੂੰ ਲਏਗਾ, ਕਾਰੋਬਾਰੀ ਲਏਗਾ, ਉਹ ਉਹਨਾਂ ਨੂੰ ਕਿੰਜ ਚਲਾਏਗਾ? ਸਰਕਾਰੀ ਯੂਨੀਵਰਸਿਟੀ, ਸਰਕਾਰੀ ਕਾਲਜ ਦਾ ਇੱਕ ਆਪਣਾ ਮਾਹੌਲ ਹੈ ਪੂਰੀ ਦੁਨੀਆ ਦੇ ਵਿੱਚ। ਜਦੋਂ ਉਹਨਾਂ ਨੂੰ ਤੁਸੀਂ, ਹਾਂ, ਪੂਰੀ ਦੁਨੀਆ ਦੇ ਵਿੱਚ ਤੁਸੀਂ ਅਗਰ ਇਹ ਕੰਮ ਕਰਨਾ ਹੈ ਤਾਂ ਤੁਸੀਂ ਉਹਨੂੰ ਨਾਨ ਪ੍ਰੋਫਿਟ ਸਿਸਟਮ ਦੇ ਵਿੱਚ ਲੈ ਕੇ ਜਾਓ, ਬੋਰਡ ਆਫ ਡਾਇਰੈਕਟਰ ਬਣਾਓ, ਜਿਸ ਤਰ੍ਹਾਂ ਪੂਰੀ ਦੁਨੀਆ 'ਚ ਹੈ। ਅਮਰੀਕਾ 'ਚ ਬੜੀਆਂ ਬੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਲੇਕਿਨ ਉਹ ਕਿਸੇ ਸੇਠ ਦੀਆਂ ਨਹੀਂ। ਕੋਈ ਉੱਥੋਂ ਪੈਸੇ ਜੇਬ 'ਚ ਲੈ ਕੇ ਨਹੀਂ ਜਾਂਦਾ, ਨਾਨ ਪ੍ਰੋਫਿਟ ਹੁੰਦੀਆਂ ਨੇ ਉਹ। ਔਰ ਉਹ ਇੱਕ ਐਂਟੀਟੀ ਦੇ ਤੌਰ 'ਤੇ ਉਹਦੇ 'ਤੇ ਬੋਰਡ ਆਫ ਡਾਇਰੈਕਟਰਸ, ਬੋਰਡ ਆਫ ਗਵਰਨਰਸ ਆ ਜਾਂਦੇ ਨੇ, ਔਰ ਉੱਥੋਂ ਕੋਈ ਪੈਸੇ ਲੈ ਕੇ ਨਹੀਂ ਜਾਂਦਾ। ਉਹ ਨਾਨ ਪ੍ਰੋਫਿਟ ਐਂਟੀਟੀ ਹੁੰਦੀ ਹੈ, ਉਹਨੂੰ ਟੈਕਸ ਵੀ ਮਾਫ ਹੁੰਦਾ ਹੈ, ਉਹਨੂੰ ਸਾਰੀਆਂ ਚੀਜ਼ਾਂ ਹੁੰਦੀਆਂ। ਜਾਂ ਤਾਂ ਉਹ ਬਣਾਓ ਸੈਟਅਪ, ਸਮਝ ਵੀ ਆਵੇ। ਤੁਸੀਂ ਇਹ ਜਿਹੜਾ ਕੰਮ ਕਰਨ ਲੱਗੇ ਹੋ, ਠੇਕੇ ਤੇ ਦੇਣ ਲੱਗੇ ਹੋ, ਇਹ ਮੈਨੂੰ ਦੱਸੋ ਵੀ ਇਹ ਕੋਈ ਮੇਰਾ ਮਤਲਬ ਥੜਾ ਹੈ ਜਿਹੜਾ ਠੇਕੇ ਤੇ ਦੇਣ ਲੱਗੇ ਹੋ? ਇਹ ਕੋਈ ਆੜਤ ਹੈ ਜਿਹਨੂੰ ਠੇਕੇ ਤੇ ਦੇਣ ਲੱਗੇ ਹੋ? ਲੇਕਿਨ ਕਿਉਂਕਿ ਨਾ ਤਾਲੀਮ ਹੈਗੀ ਹੈ, ਨਾ ਇਹਨਾਂ ਨੇ ਕਦੇ ਪੜ੍ਹਾਈ ਕੀਤੀ ਹੈ, ਨਾ ਆਪ ਇਹ ਮਤਲਬ ਜਿਹੜੇ ਲੋਕਾਂ ਨੂੰ ਇਹ ਠੇਕੇ ਤੇ ਦੇਣਗੇ ਉਹ ਇਹਦੇ ਨਾਲ ਕਰਨਗੇ ਕੀ? ਇਹ ਜ਼ਰਾ ਸੁਣਨਾ। ਹੁਣ ਪਹਿਲਾਂ ਇਹਨਾਂ ਨੇ ਸਕੂਲਾਂ ਨੂੰ ਠੇਕੇ ਤੇ ਦਿੱਤਾ, ਉਹਦੀ ਜ਼ਰਾ ਦਾਸਤਾਨ ਸੁਣ ਲੈਣਾ। ਇੱਕ ਸਰਕਾਰੀ ਸਕੂਲ ਟੀਚਰ ਜਿਨ੍ਹਾਂ ਨੂੰ ਇੰਚਾਰਜ ਬਣਾਇਆ ਹੋਇਆ ਉਸ ਸਕੂਲ ਦਾ, ਉਹਨਾਂ ਨੇ ਕਿਹਾ ਕਿ ਜੀ ਮੈਨੂੰ ਸਾਲ ਦਾ, ਇਹ ਪਾਕਪਤਨ ਤਹਿਸੀਲ ਆਰਫ ਵਾਲਾ ਦੀ ਕਹਾਣੀ ਤੁਹਾਨੂੰ ਦੱਸ ਰਹੇ ਹਾਂ। ਉਹ ਕਹਿੰਦੇ ਨੇ ਕਿ ਪੂਰੇ ਸਾਲ ਦਾ 5 ਲੱਖ ਤੋਂ ਘੱਟ ਕੁਛ ਰਕਮ ਉਹਨਾਂ ਨੂੰ ਦਿੱਤੀ, ਤਕਰੀਬਨ 5 ਲੱਖ ਰੁਪਈਆ ਤਨਖਾਹਾਂ ਤੋਂ ਇਲਾਵਾ। ਬਾਕੀ ਇਹਦੇ ਵਿੱਚ ਬਿਜਲੀ ਦਾ ਬਿੱਲ ਵੀ ਦੇਣਾ ਸਾਲ ਦਾ, ਸਫਾਈ ਵੀ ਕਰਵਾਉਣੀ ਹੈ, ਕੋਈ ਰੰਗੋ ਰੋਗਨ ਵੀ, ਟੁੱਟ ਫੁੱਟ ਵੀ, ਸਾਰਾ ਜੋ ਕੁਝ ਇਹਦੇ ਵਿੱਚ ਹੈ ਨਾ, ਬਾਥਰੂਮਾਂ ਦੀ ਬਹਾਲੀ ਜੋ ਵੀ, ਉਹ 5 ਲੱਖ ਰੁਪਈਏ 'ਚ ਕਰਾਉਣੀ ਹੈ ਪੂਰੇ ਸਕੂਲ ਦੀ। ਫਿਰ ਉਹ ਕਹਿੰਦੇ ਨੇ ਕਿ 2025 ਫਿਰ 2026 ਤੱਕ ਉਹ 6,57,000 ਰੁਪਏ ਤੋਂ ਜ਼ਿਆਦਾ ਤੇ ਸਿਰਫ ਬਿਜਲੀ ਦੀ ਮਦ ਦੇ ਵਿੱਚ ਅਦਾ ਕਰ ਚੁੱਕੇ ਨੇ। ਉਹ ਕਹਿੰਦੇ ਨੇ ਉਹਨਾਂ ਨੂੰ ਦਿੱਤਾ 5 ਲੱਖ ਤੋਂ ਘੱਟ ਤੇ 6,57,000 ਤੋਂ ਜ਼ਿਆਦਾ ਰਕਮ ਜਿਹੜੀ ਹੈ ਉਹ ਸਿਰਫ ਬਿਜਲੀ ਦਾ ਬਿੱਲ ਦੇ ਚੁੱਕੇ ਨੇ। ਇਹਦੇ 'ਚ ਅਜੇ ਉਹਨਾਂ ਨੇ ਸਫਾਈ ਵਾਲੇ ਨੂੰ ਵੀ ਪੈਸੇ ਦੇਣੇ ਨੇ, ਕੋਈ ਛੋਟੀ ਮੋਟੀ ਮੁਰੰਮਤ ਵੀ ਕਰਾਉਣੀ ਹੈ, ਕੋਈ ਜਿਹੜਾ ਸਕੂਲ ਦਾ ਸਟੇਸ਼ਨਰੀ ਦਾ ਕੋਈ ਰਜਿਸਟਰ ਹੈ, ਕੋਈ ਪੈਨਸਲ ਹੈ ਜਿਹੜੀ ਟੀਚਰਾਂ ਨੇ ਇਸਤੇਮਾਲ ਕਰਨੀ, ਚਲੋ ਬੱਚੇ ਤੇ ਘਰੋਂ ਲੈ ਕੇ ਆਉਣਗੇ, ਕੋਈ ਨੋਟਿਸ ਬੋਰਡ 'ਤੇ ਕੋਈ ਸ਼ੈ ਲੱਗਣੀ, ਉਹ ਵੀ ਉੱਥੋਂ ਹੀ। ਉਹ ਹੁਣ ਕਹਿੰਦੇ ਨੇ ਕਿ ਉਹ ਮੁਖੱਈਰ ਹਜ਼ਰਾਤ ਦੇ ਕੋਲੋਂ ਚੰਦਾ ਲੈਂਦਾ ਫਿਰਦਾ ਸਕੂਲ, ਜਾਂ ਟੀਚਰ ਆਪਣੀ ਸੈਲਰੀ 'ਚੋਂ ਪਾ ਕੇ ਤੇ ਉਹ ਸਕੂਲ ਚਲਾਉਂਦੇ ਰਹੇ ਨੇ। ਹੁਣ ਕੀ ਕਰ ਰਹੇ ਨੇ? ਹੁਣ ਫੀ ਬੱਚਾ 5,000 ਰੁਪਈਆ ਦੇ ਰਹੇ ਨੇ ਠੇਕੇ ਦੇ ਉੱਤੇ ਸਕੂਲ। ਅਗਰ ਸਕੂਲ ਦੇ ਵਿੱਚ ਸਮਝ ਲਓ ਕਿ ਅਗਰ ਉੱਥੇ 10 ਬੱਚੇ ਨੇ
ਤੇ ਉਹ 5000 ਦੇ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਓ ਵੀ 50000 ਉੱਥੇ ਠੇਕਾ ਬਣ ਗਿਆ। ਮੈਂ ਮਿਸਾਲ ਦੇ ਰਿਹਾ, 10 ਤੇ ਨਹੀਂ ਹੁੰਦੇ ਬੱਚੇ, 100 ਹੋਣਗੇ, 200 ਹੋਏਗਾ, 300 ਹੋਏਗਾ, ਉਸ ਹਿਸਾਬ ਨਾਲ ਫੀ ਬੱਚਾ 5000 ਰੁਪਈਆ ਦੇ ਕੇ ਇਹ ਠੇਕੇ ਤੇ ਦੇਣ ਲੱਗੇ ਨੇ। ਹੁਣ ਜਿਹੜਾ ਠੇਕੇਦਾਰ ਹੈ ਉਹਨੇ ਸਕੂਲ ਕਿਸ ਤਰ੍ਹਾਂ ਚਲਾਉਣਾ ਹੈ? ਉਹਨੇ ਦੇਖਣਾ ਹੈ ਕਿ ਇਹ ਮੈਨੂੰ 1000 ਬੱਚਾ ਜਿਹੜਾ ਹੈ ਇਹ 5000 ਫੀ ਬੱਚੇ ਤੇ ਲੱਭ ਗਿਆ ਹੈ, ਜਾਂ ਮੈਨੂੰ 500 ਬੱਚਾ ਜਾਂ 300 ਬੱਚਾ 5000 ਤੇ ਲੱਭ ਗਿਆ, ਇਹ ਮੇਰੇ ਪੈਸੇ ਨੇ ਟੋਟਲ। ਉਹਨੇ ਹੁਣ ਦੁਕਾਨਦਾਰ ਤਰ੍ਹਾਂ ਹਰ ਸ਼ੈ ਉਹਦੇ ਵਿੱਚੋਂ ਬਚਾਉਣੀ ਹੈ। ਟੀਚਰ ਜਿਹੜੇ ਪਹਿਲਾਂ 35 40 50,000 ਲੈਣ ਵਾਲੇ ਨੇ, ਉਹਨੇ ਉੱਤੇ 15,000 ਦੇ ਟੀਚਰ ਰੱਖੇ ਨੇ। ਇਹ ਅਸੀਂ ਇੰਜ ਨਹੀਂ ਕਹਿੰਦੇ। ਵਜ਼ੀਰੇ ਤਾਲੀਮ ਜਿਹੜੇ ਇਸ ਵੇਲੇ ਪੰਜਾਬ ਦੇ ਨੇ ਫਾਰਮ 47 ਦੇ, ਉਹ ਆਪਣੇ ਮੂੰਹ ਕਹਿੰਦੇ ਨੇ ਸਰਕਾਰ ਕਿ ਹਾਂਜੀ ਅਸੀਂ 15,000 ਤਨਖਾਹ ਦੇ ਰਹੇ ਹਾਂ, ਹਾਂਜੀ ਅਸੀਂ 15,000 ਤਨਖਾਹ ਦੇ ਰਹੇ ਹਾਂ। ਔਰ ਮਿਨੀਮਮ ਵੇਜ ਕੀ ਹੈ ਪਾਕਿਸਤਾਨ ਦੇ ਵਿੱਚ ਇਸ ਵੇਲੇ? 40,000 ਰੁਪਇਆ। ਪੰਜਾਬ ਦੇ ਵਿੱਚ ਮਿਨੀਮਮ ਵੇਜ, ਪਾਕਿਸਤਾਨ ਦੇ ਵਿੱਚ ਮਿਨੀਮਮ ਵੇਜ 40,000 ਰੁਪਈਆ। ਲੇਕਿਨ ਖੁਦ ਸਰਕਾਰੀ ਗਵਰਨਮੈਂਟ ਕੀ ਤਨਖਾਹ ਦੇ ਰਹੀ ਹੈ? ਇਸ ਤੋਂ ਵੱਡੀ ਮੈਂ ਕਹਿੰਦਾ ਇਹਦੇ ਤੇ ਹੀ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ। ਸਰਕਾਰ ਨੇ ਇੱਕ ਕਾਨੂੰਨ ਬਣਾਇਆ ਕਿ ਤੁਸੀਂ 40,000 ਤਨਖਾਹ ਦੇਣੀ ਹੈ। ਜਿਹੜਾ ਨਹੀਂ ਦੇਗਾ ਜ਼ਾਹਿਰ ਹੈ ਉਹਦੇ ਤੇ ਕਾਨੂੰਨੀ ਕਾਰਵਾਈ ਹੋਏਗੀ। ਸਰਕਾਰ ਆਪ ਕਿੰਨੀ ਤਨਖਾਹ ਦੇ ਰਹੀ ਹੈ? 15,000 ਰੁਪਈਆ। ਔਰ ਉਹ ਜਿਸ ਵੇਲੇ ਉਹ 15,000 ਦੇ ਵਿੱਚੋਂ ਵੀ, ਤੁਸੀਂ ਪਿਛਲੇ ਦਿਨਾਂ 'ਚ ਇੱਕ ਵੀਡੀਓ ਦੇਖੀ ਸੀ ਨਿਊ TV ਦੀ, ਉਹਨਾਂ ਨੇ ਇੱਕ ਡਾਕੂਮੈਂਟਰੀ ਐਵੀਡੈਂਸ ਰੱਖੀ ਸੀ ਸਾਹਮਣੇ ਕਿ ਇੱਕ ਬੱਚੀ ਜਿਹੜੀ ਸਕੂਲ 'ਚ ਪੜ੍ਹਾ ਰਹੀ ਹੈ, ਜਿਹਦੀ ਆਪਣੀ ਤਾਲੀਮ ਵਿਚਾਰੀ ਦੀ ਸ਼ਾਇਦ ਮਿਡਲ ਪਾਸ ਸੀ, ਤੇ ਉਹ ਮੈਟ੍ਰਿਕ ਦੇ ਬੱਚਿਆਂ ਨੂੰ ਪੜ੍ਹਾ ਰਹੀ ਸੀ। ਬਹਰਹਾਲ ਉਹ ਜਿਹੜੀ ਬੱਚੀ ਪੜ੍ਹਾ ਰਹੀ ਸੀ ਉਹਨੂੰ 7,000 ਰੁਪਇਆ ਤਨਖਾਹ ਦੇ ਰਹੇ ਸਨ ਉਹ ਮਹੀਨੇ ਦੀ, 15 ਵੀ ਨਹੀਂ ਸੀ ਦੇ ਰਹੇ। ਹੁਣ ਠੇਕੇਦਾਰ ਜਿਹੜਾ ਹੈ ਉਹ ਮਹੱਲੇ ਦੇ ਵਿੱਚੋਂ ਬੱਚੀਆਂ ਵੇਖੇਗਾ, ਉਹਦੇ ਕੋਲ ਡਿਗਰੀ ਹੈਗੀ ਹੈ ਜਾਂ ਨਹੀਂ ਹੈਗੀ, ਕਿਹਨੇ ਚੈੱਕ ਕਰਨਾ ਉੱਥੇ? ਉਹ ਬੱਚੀ ਨੂੰ ਕਹੇਗਾ ਵੀ ਆ ਜਾ, ਤੂੰ ਜੋ ਪੜ੍ਹਾ ਸਕਦੀ ਹੈ ਬੇਟਾ ਪੜ੍ਹਾ ਦੇ, ਜੋ ਪੜ੍ਹਾ ਸਕਦੀ ਹੈ ਤੂੰ ਪੜ੍ਹਾ ਦੇ। ਅੱਛਾ ਤੁਸੀਂ ਕਹੋਗੇ ਵੀ ਗਿੱਲ ਸਾਹਿਬ ਕੁਆਲਿਟੀ ਵੀ ਤਾਂ ਚੈੱਕ ਹੋਏਗੀ, ਇੰਜ ਕਿਸ ਤਰ੍ਹਾਂ ਕੰਮ ਚੱਲੇਗਾ? ਉਹ ਮੈਂ ਦੱਸਦਾ ਤੁਹਾਨੂੰ, ਕੁਆਲਿਟੀ ਕਿਹਨੇ ਚੈੱਕ ਕਰਨੀ ਹੈ? ਉੱਤੇ ਕੋਈ ਆਫਿਸਰ ਲਾਣਗੇ ਕੁਆਲਿਟੀ ਚੈੱਕ ਕਰਨ ਲਈ? ਪਹਿਲੇ ਤਾਂ ਸਰਕਾਰੀ ਸਕੂਲ ਨੇ, ਸਰਕਾਰੀ ਸਕੂਲ ਦੇ ਮਾਸਟਰ ਕੀ ਕਰਦੇ ਸਨ? ਯਾਦ ਕਰੋ ਜਦੋਂ ਉਹ EO ਆਉਂਦਾ ਸੀ ਜਾਂ DEO ਆਉਂਦਾ ਸੀ ਉੱਥੇ ਸਕੂਲਾਂ ਦੇ ਵਿੱਚ, ਐਜੂਕੇਸ਼ਨ ਆਫਿਸਰ ਜਿਹੜਾ ਉਹਦਾ ਮੁਆਇਨਾ ਕਰਨ ਸਕੂਲ ਦਾ, ਅਤੇ ਟੀਚਰ ਜਿਹੜੇ ਰਿਹਾ ਉਹ ਚੂਨਾ ਸ਼ੂਨਾ ਕਰਦੇ ਸਨ। ਆਪ ਵੀ ਜ਼ਰਾ ਉਦਣ ਜ਼ਰਾ ਪਿੰਡਾਂ ਵਾਲੇ ਮਾਸਟਰ ਜਿਹੜੇ ਨੇ ਉਹ ਜ਼ਰਾ ਸ਼ੇਵ ਸ਼ੂਵ ਕਰਕੇ ਜਨਾਬ ਸੋਹਣੇ ਬੜੇ ਹੋ ਕੇ ਪਛਾਣੇ ਨਹੀਂ ਸੀ ਜਾਂਦੇ ਉਹ ਮਾਸਟਰ। ਵੈਸੇ ਤਾਂ ਅਕਸਰ ਪੱਠੇ ਪੁੱਠੇ ਪਾਉਂਦੇ ਹੀ ਆ ਜਾਂਦੇ ਸਨ ਕਈ ਮਾਸਟਰ, ਲੇਕਿਨ ਉਦਣ ਜ਼ਰਾ ਚਮਕੇ ਸ਼ਮਕੇ ਹੁੰਦੇ ਸਨ। ਸਕੂਲ 'ਚ ਵੀ ਚੂਨਾ ਸ਼ੂਨਾ ਸਿੱਟਿਆ ਹੁੰਦਾ ਸੀ, ਪੂਰੀ ਤਿਆਰੀ, ਬੱਚਿਆਂ ਨੂੰ ਵੀ ਕਿਹਾ ਹੁੰਦਾ ਸੀ ਵਾਲ ਸ਼ਾਲ ਕਟਾ ਕੇ ਨਹਾ ਸ਼ਾ ਕੇ ਕੱਪੜੇ ਚੰਗੇ ਪਾ ਕੇ ਆਓ ਬਈ। ਉਦਣ ਜ਼ਰਾ ਸ਼ਬ ਸ਼ਬਾਈ ਉਹ DEO ਸਾਹਿਬ ਆਉਂਦੇ ਸਨ, ਉਹਨਾਂ ਨੂੰ ਜਨਾਬ ਉਸ ਵੇਲੇ ਜਨਾਬ ਗਰਮ ਉਬਲੇ ਹੋਏ ਆਂਡੇ, ਚਾਹ, ਦੁੱਧ ਸ਼ੁੱਧ, ਇਹ ਜਨਾਬ ਉਹਨਾਂ ਦੀ ਖਾਤਰ ਕੀਤੀ ਜਾਂਦੀ ਸੀ। ਉਹ ਆਪਣੀ ਫਾਈਲ ਸ਼ਾਇਲ ਦੇ ਉੱਤੇ ਚੀਜ਼ਾਂ ਲਿਖ ਕੇ ਬੱਚਿਆਂ ਦਾ ਟੈਸਟ ਲੈਂਦੇ, ਹਾਂ ਬਈ ਦੱਸ, ਉਹ ਸਵਾਲ ਪੁੱਛਦੇ ਸਨ ਕਲਾਸਾਂ ਦੇ ਵਿੱਚ ਆ ਕੇ ਕਿ ਹਾਂ ਬਈ ਸੋਮਨਾਥ ਦੇ ਮੰਦਰ ਕਿੰਨੇ ਤੋੜੇ? ਕਈ ਬੱਚੇ ਉੱਠ ਕੇ ਖੜੇ ਕਰਕੇ ਕਹਿੰਦੇ ਸਨ ਕਿ ਸਰ ਜੀ ਕਸਮ ਲੈ ਲਓ ਮੈਂ ਨਹੀਂ ਤੋੜੇ, ਮੈਨੂੰ ਤਾਂ ਪਤਾ ਹੀ ਨਹੀਂ ਕਦੋਂ ਤੋਂ ਟੁੱਟੇ ਨੇ। ਅਤੇ ਉਹ ਇਹੋ ਜਿਹੇ ਉੱਥੇ ਸਵਾਲ ਜਵਾਬ ਹੁੰਦੇ ਸਨ। ਅਤੇ ਜਾਂ ਕਿਸੇ ਕੋਲੋਂ ਇਹ ਪੁੱਛਣਾ ਵੀ ਇਹ ਫਲਾਨਾ ਕੰਮ ਕਦੋਂ ਹੋਇਆ? ਉਹਨੇ ਕਿਹਾ ਸਰ ਜੀ ਮੇਰੇ ਆਉਣ ਤੋਂ ਪਹਿਲਾਂ ਹੀ ਹੋਇਆ ਹੋਏਗਾ, ਮੈਂ ਨਹੀਂ ਵੇਖਿਆ ਹੁੰਦਾ ਹੋਇਆ। ਅਤੇ ਉਹ ਇਸ ਤਰ੍ਹਾਂ ਦੇ ਸਵਾਲ ਜਵਾਬ ਹੁੰਦੇ ਸਨ, ਉਹ ਚਲੇ ਜਾਂਦਾ ਸੀ। ਹੁਣ ਕੀ ਹੋਏਗਾ? ਕਿਉਂਕਿ ਉਹ ਸਰਕਾਰੀ ਮਾਸਟਰ ਸਨ, ਉਹਨਾਂ ਰਿਸ਼ਵਤ ਨਹੀਂ ਸੀ ਦੇਣੀ ਉਸ ਕੰਮ ਵਾਸਤੇ। ਹੁਣ ਹੋਏਗਾ ਸੇਠ ਦਾ, ਠੇਕੇਦਾਰ ਦਾ ਉਹ ਸਕੂਲ। ਠੇਕੇਦਾਰ ਉਹ DEO ਨੂੰ ਕਹੇਗਾ ਕਿ ਤੁਸੀਂ ਜਨਾਬ ਸ਼ਹਿਰ ਹੀ ਬਵੋ, ਇਹ ਲਓ ਰੁਪਈਆ 50,000, ਇਹ ਘੁੱਗੀ ਮਾਰੋ ਇੱਥੇ। ਉਹ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਉੱਥੇ ਕੋਈ 5ਵੀਂ ਪਾਸ 8ਵੀਂ ਪਾਸ ਬੱਚੀ 6,000 ਰੁਪਈਆ 5,000 ਰੁਪਈਆ 7,000 ਰੁਪਈਆ ਲੈ ਕੇ ਪੜ੍ਹਾ ਰਹੀ ਹੋਏਗੀ, ਉਹਨਾਂ ਬੱਚਿਆਂ ਨੂੰ ਇੱਕ ਅੱਖਰ ਨਹੀਂ ਆਉਂਦਾ ਹੋਏਗਾ, ਇੱਕ ਲਫ਼ਜ਼ ਨਹੀਂ ਆਉਂਦਾ ਹੋਏਗਾ, ਉਹਨਾਂ ਬੱਚਿਆਂ ਦੀ ਜਿਹੜੀ ਕੁਆਲਿਟੀ ਕੰਟਰੋਲ ਚੈੱਕ ਹੋਣੀ ਹੈ ਉਹ ਉੱਥੇ DO ਸਾਹਿਬ ਸਾਈਨ ਕਰ ਦੇਣਗੇ। ਇਹ ਤਰੀਕਾ ਹੋਏਗਾ ਜੀ। ਫਿਰ ਤੁਸੀਂ ਕਹੋਗੇ ਜੀ ਐਗਜ਼ਾਮ ਕੀ ਕਰਨਗੇ? ਐਗਜ਼ਾਮ ਤਾਂ ਖੈਰ ਅਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਰਹੇ ਵੀ 5ਵੀਂ ਜਮਾਤ ਦਾ ਉਦੋਂ ਐਗਜ਼ਾਮ ਹੁੰਦਾ ਸੀ, ਉਦੋਂ ਜਿਹੜੇ ਟੀਚਰ ਹੁੰਦੇ ਸਨ ਉਹ ਕੋਸ਼ਿਸ਼ ਕਰਦੇ ਸਨ ਵੀ ਕਿਸੇ ਤਰੀਕੇ ਨਾਲ ਬੱਚੇ ਬੂਟੀ ਸ਼ੂਟੀ ਲਾ ਲੈਣ। ਬੱਚੇ ਬੂਟੀ ਸ਼ੂਟੀ ਉਦੋਂ ਵਾਲੇ ਐਗਜ਼ਾਮ ਦੇ ਵਿੱਚ ਵੀ ਕੋਸ਼ਿਸ਼ ਕਰਦੇ ਸਨ ਵੀ ਲਾ ਲੈਣ। ਸਰਕਾਰੀ ਮੈਂ ਟੀਚਰਾਂ ਦੀ ਗੱਲ, ਇਹ ਤਾਂ ਠੇਕੇਦਾਰ ਹੋਣਾ, ਇਹ ਤਾਂ ਰੇਟ ਤੈਅ ਕਰੇਗਾ, ਇਹ ਤਾਂ ਰੁਪਈਏ ਦੇਗਾ ਅਤੇ ਉੱਥੇ ਆਪਣਾ ਬੱਚਿਆਂ ਨੂੰ ਬੂਟੀ ਲਵਾ ਕੇ ਪਾਸ ਕਰਵਾ ਦੇਗਾ। ਇਹਦਾ ਮਤਲਬ ਹੈ ਕਿ ਬਾਜੀ ਜਿਹੋ ਜੀ ਆਪ ਸੀ, ਬਾਜੀ ਨੇ ਫੈਸਲਾ ਕਰ ਲਿਆ ਕਿ ਹੁਣ ਬਾਕੀ ਸਾਰਿਆਂ ਨੂੰ ਵੀ ਉਹੋ ਜਿਹਾ ਕਰਨਾ। ਇਹਨਾਂ ਦੇ ਅੱਗੇ ਹੱਥ ਜੋੜੋ, ਆਵਾਮ ਇਹਦੇ 'ਤੇ ਮੁਤਹਰਕ ਹੋਵੇ, ਸਕੂਲ ਨਾ ਵਿਕਣ ਦਿਓ ਆਪਣੇ। ਇਹ ਬੱਚੇ ਤੁਹਾਡੇ ਤਬਾਹ ਹੋ ਜਾਣਗੇ। ਮੇਰਾ ਤਾਲੀਮ ਨਾਲ ਸਾਰੀ ਜ਼ਿੰਦਗੀ ਲੈਣ ਦੇਣ ਰਿਹਾ, ਮੈਂ ਤੁਹਾਨੂੰ ਪੂਰੀ, ਇਹ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ, ਜ਼ਿੰਮੇਦਾਰੀ ਨਾਲ ਕਹਿ ਰਿਹਾ। ਇਹ ਠੇਕੇ 'ਤੇ ਉਹਨਾਂ ਮੁਲਕਾਂ 'ਚ ਚੱਲਦੇ ਨੇ ਜਿੱਥੇ ਸਿਸਟਮ ਹੋਣ। ਸਾਡੇ ਤਾਂ ਇੱਥੇ ਆਪਣਾ ਮਿਰਚਾਂ ਦੇ ਵਿੱਚ ਇੱਟਾਂ ਪੀ ਕੇ ਪਾ ਦਿੰਦੇ ਨੇ। ਸਾਡੇ ਇੱਥੇ ਕਿਹੜਾ ਸਿਸਟਮ ਹੈ? ਸਾਡੇ ਜਦੋਂ ਠੇਕੇ ਦਿੱਤਾ ਬਿਲਕੁਲ ਤਬਾਹੀ ਹੋ ਜਾਣੀ। ਹਾਂ, ਇੱਕ ਤਰੀਕਾ ਜ਼ਰੂਰ ਹੈਗਾ ਅਗਰ ਇਹ ਕਰਨਾ ਚਾਹਣ, ਉਹ ਇਹ ਹੈ ਕਿ ਪਿੰਡ ਦੇ ਵਿੱਚ ਕਮੇਟੀ ਬਣਾਉਣ, ਉਸ ਕਮੇਟੀ ਨੂੰ ਜਿਹੜਾ ਹੈ ਉਹ ਪਾਵਰ ਦੇਣ ਕਿ ਉਹ ਸਰਕਾਰੀ ਟੀਚਰ ਦੇ ਨਾਲ ਰਲ ਕੇ ਉੱਥੇ ਸਕੂਲ ਚਲਾਵੇ।
ਫੇਰ ਹੋ ਸਕਦਾ। ਜਿਸ ਤਰ੍ਹਾਂ ਪੰਚਾਇਤ ਦਾ ਸਿਸਟਮ ਹੁੰਦਾ, ਮੈਂ ਪੰਚਾਇਤ ਦਾ ਉਹ ਨਹੀਂ ਕਿ ਚੌਧਰੀ ਆ ਕੇ ਸਾਹਮਣੇ, ਮੀਨ ਜਿਹੜੀ ਵੋਟਾਂ ਦੇ ਨਾਲ ਪੰਚਾਇਤ ਬਣਦੀ, ਜਿਵੇਂ ਇੰਡੀਆ ਦੇ ਵਿੱਚ ਸਿਸਟਮ ਹੈ ਪੰਚਾਇਤ ਦਾ। ਅਗਰ ਤੁਹਾਨੂੰ ਕਦੀ ਮੌਕਾ ਮਿਲੇ ਤੇ ਐਮਾਜ਼ੋਨ ਦੇ ਉੱਤੇ, ਐਮਾਜ਼ੋਨ ਪ੍ਰਾਈਮ ਦੇ ਉੱਤੇ ਇੱਕ ਇੰਡੀਅਨ ਸੀਰੀਜ਼ ਹੈ ਪੰਚਾਇਤ, ਉਹ ਵੇਖਣਾ, ਤੁਹਾਨੂੰ ਨਜ਼ਰ ਆਏਗਾ ਕਿ ਪੰਚਾਇਤ ਕਿਸ ਤਰ੍ਹਾਂ ਕੰਮ ਕਰਦੀ ਹੈ। ਪੰਚਾਇਤ ਦੇ ਵਿੱਚ ਉਹ ਜਿਹੜਾ ਸਰਪੰਚ ਹੈ ਉੱਥੇ, ਉਹਨੂੰ ਕਿਸ ਤਰ੍ਹਾਂ ਉਹ ਇਲੈਕਟ ਕਰਦੇ ਨੇ, ਅਤੇ ਉਹ ਕਿਸ ਤਰੀਕੇ ਨਾਲ ਇੱਕ ਸਭ ਤੋਂ ਬੇਸਿਕ ਯੂਨਿਟ ਹੈ ਇੰਡੀਆ ਦੇ ਵਿੱਚ ਜਿਹੜਾ ਡਿਲੀਵਰੀ ਦਿੰਦਾ ਹੈ। ਇੰਡੀਆ ਦੇ ਨਾਲ ਤੁਸੀਂ ਲੱਖ ਇਖਤਲਾਫ ਕਰ ਸਕਦੇ ਹੋ, ਲੇਕਿਨ ਉਹਨਾਂ ਦੀ ਜਿਹੜੀ ਸਕੂਲ ਐਜੂਕੇਸ਼ਨ ਹੈ, ਮੈਂ ਗਵਰਨਮੈਂਟ ਸਕੂਲ ਐਜੂਕੇਸ਼ਨ ਕਹਿ ਰਿਹਾ, ਉਹ ਮਾਈਲਸ ਨਹੀਂ, ਉਹ ਥਾਊਜ਼ੈਂਡਸ ਆਫ ਮਾਈਲਸ ਸਾਡੇ ਤੋਂ ਅੱਗੇ ਹੈ। ਹਾਂ, ਪ੍ਰਾਈਵੇਟ ਸਕੂਲ ਜਿਹੜੇ ਮਹਿੰਗੇ ਨੇ ਉਹ ਤਾਂ ਪੂਰੀ ਦੁਨੀਆ ਵਰਗੇ ਨੇ ਪਾਕਿਸਤਾਨ 'ਚ ਵੀ, ਕਿਉਂਕਿ ਉੱਥੇ ਤੁਸੀਂ ਮਹਿੰਗੇ ਪੈਸੇ ਦਿੰਦੇ ਹੋ, ਉਹਨਾਂ ਦਾ ਸਟੈਂਡਰਡ ਤੇ ਹੋਣਾ ਹੈ। ਮੈਂ ਸਰਕਾਰੀ ਸਕੂਲ ਦੀ ਗੱਲ ਕਰਦਾ। ਇਸੇ ਤਰ੍ਹਾਂ ਜਿਹੜੀ ਯੂਨੀਵਰਸਿਟੀ ਦੀ ਐਜੂਕੇਸ਼ਨ ਹੈ ਇੰਡੀਆ ਦੀ, ਉਹ ਵੀ ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਹੈ। ਇਹ ਮੈਂ ਤੁਹਾਨੂੰ ਇੱਕ ਪ੍ਰੋਫੈਸਰ ਹੋਣ ਦੇ ਨਾਤੇ, ਕਿਉਂਕਿ ਮੈਂ ਦੋਨੋਂ ਮੁਲਕਾਂ ਦੇ ਸਟੂਡੈਂਟਾਂ ਨੂੰ ਪੜ੍ਹਾਇਆ ਅਮਰੀਕਾ ਦੇ ਵਿੱਚ, ਮੈਂ ਤੁਹਾਨੂੰ ਦੱਸ ਸਕਦਾ ਕਿ ਮਾਈਲਸ ਅਪਾਰਟ ਨੇ ਉਹ ਸਾਡੇ ਤੋਂ ਆਪਣੀ ਕੁਆਲਿਟੀ ਦੇ ਵਿੱਚ। ਉਹਦੀ ਵਜ੍ਹਾ ਇਹੀ ਹੈ ਕਿ ਉੱਥੇ ਪਿੰਡਾਂ ਵਾਲੇ, ਸ਼ਹਿਰਾਂ ਵਾਲੇ, ਮਹੱਲਿਆਂ ਵਾਲੇ, ਖੁਦ ਪੇਰੈਂਟਸ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ, ਉਹ ਸਕੂਲ ਦਾ ਨਜ਼ਮੋ ਨਸਕ ਜਿਹੜਾ ਉਹਦੇ ਵਿੱਚ ਸ਼ਾਮਿਲ ਨੇ। ਠੇਕੇ 'ਤੇ ਨਾ ਦਿਓ, ਆਮ ਆਵਾਮ ਨੂੰ ਸ਼ਾਮਿਲ ਕਰੋ ਫੈਸਲਾ ਸਾਜ਼ੀ ਦੇ ਵਿੱਚ, ਫਿਰ ਫੈਸਲਾ ਹੋਏਗਾ। ਠੇਕੇਦਾਰ ਤੇ ਇਹਨੂੰ ਉਡਾ ਕੇ ਰੱਖ ਦੇਗਾ ਹਰ ਸ਼ਹਿਰ ਨੂੰ। ਅੱਗੇ ਚੱਲਣੇ ਜੀ, ਲੰਮੀ ਗੱਲ ਹੋ ਗਈ। ਅੱਗੇ ਨਵਾਜ਼ ਸ਼ਰੀਫ ਸਾਹਿਬ ਦੇ ਨਾਂ 'ਤੇ ਇੱਕ ਯੂਨੀਵਰਸਿਟੀ ਬਣਾਈ, ਉਹ ਯੂਨੀਵਰਸਿਟੀ ਕਿਸ ਤਰ੍ਹਾਂ ਚੱਲ ਸਕਦੀ ਸੀ ਮੀਆਂ ਸਾਹਿਬ ਦੇ ਨਾਂ 'ਤੇ। ਬਹੁਤ ਦਿਨ ਜ਼ਿਕਰੀਆ ਯੂਨੀਵਰਸਿਟੀ ਨੂੰ ਲੁੱਟ ਲੈਣ ਲੱਗੇ ਨੇ, ਉਹਦੇ ਹੁਣ ਸ਼ੋਭੇ ਵਿੱਚੋਂ ਕੱਟ ਕੇ ਉਸ ਯੂਨੀਵਰਸਿਟੀ 'ਚ ਪਾ ਰਹੇ ਨੇ। ਬਹੁਤ ਦਿਨ ਜ਼ਿਕਰੀਆ ਯੂਨੀਵਰਸਿਟੀ, ਜਿਹੜੀ ਕਿ ਇੱਕ ਮੁਤਬਰ ਯੂਨੀਵਰਸਿਟੀ ਹੈ ਮੁਲਤਾਨ ਦੇ ਵਿੱਚ, ਸਾਊਥ ਪੰਜਾਬ 'ਚ, ਉਹਦੇ ਹੁਣ ਡਿਫਰੈਂਟ ਡਿਪਾਰਟਮੈਂਟਸ ਉਹ ਤੋਂ ਅਲੱਗ ਕਰਕੇ ਤੇ ਉਹ ਨਵਾਜ਼ ਸ਼ਰੀਫ ਯੂਨੀਵਰਸਿਟੀ ਦੇ ਵਿੱਚ ਪਾ ਰਹੇ ਨੇ। ਉਹਦਾ ਨਾਂ ਨਵਾਜ਼ ਸ਼ਰੀਫ ਯੂਨੀਵਰਸਿਟੀ ਰੱਖਿਆ। ਹੁਣ ਬੱਚੇ ਇਤਜਾਜ ਕਰ ਰਹੇ ਨੇ ਕਿ ਜਨਾਬ ਨਹੀਂ, ਸਾਨੂੰ ਇਹ ਕਬੂਲ ਨਹੀਂ। ਮਤਲਬ ਇੱਕ ਬੱਚੇ ਨੇ ਦਾਖਲਾ ਲਿਆ BZ ਯੂਨੀਵਰਸਿਟੀ ਦੇ ਜਰਨਲਿਜ਼ਮ ਡਿਪਾਰਟਮੈਂਟ, ਮੈਂ ਮਿਸਾਲ ਦੇ ਰਿਹਾ, ਉਹਨੂੰ ਚੁੱਕ ਕੇ ਉਸ ਡਿਪਾਰਟਮੈਂਟ ਪੂਰੇ ਨੂੰ ਪਾ ਦਿੱਤਾ ਨਵਾਜ਼। ਉਹ ਕਹਿੰਦਾ ਮੈਂ ਡਿਗਰੀ BZU ਦੀ ਲੈਣੀ ਹੈ, ਨਵਾਜ਼ ਸ਼ਰੀਫ ਦੀ ਨਹੀਂ ਲੈਣੀ। ਹੁਣ ਉਸ ਯੂਨੀਵਰਸਿਟੀ ਨੂੰ ਵੀ ਤਬਾਹ ਕਰ ਰਹੇ ਨੇ। ਫਿਰ ਸੁਥਰਾ ਪੰਜਾਬ ਅਥਾਰਟੀ ਦੇ ਵਰਕਰਸ ਨੂੰ ਇਹ ਆਖਿਆ ਗਿਆ ਈਦ ਤੋਂ ਪਹਿਲੇ ਕਿ ਤੁਸੀਂ ਸਾਡੇ ਹੀਰੋਜ਼ ਹੋ, ਈਦ 'ਤੇ ਚੰਗੀ ਜੀ ਸਫਾਈ ਕਰੋ, ਤੁਹਾਨੂੰ 10-10 ਹਜ਼ਾਰ ਰੁਪਈਆ ਬੋਨਸ ਦੇਵਾਂਗੇ। ਉਹਨਾਂ ਨੇ ਚੰਗਾ ਵਿਚਾਰਿਆਂ ਨੇ ਕੰਮ ਕੀਤਾ। ਜਿਸ ਵੇਲੇ ਕੰਮ ਮੁੱਕ ਗਿਆ ਤੇ ਹੁਣ 1250 ਮੁਲਾਜ਼ਮੀਨ ਨੂੰ ਫਾਰਗ ਕਰ ਦਿੱਤਾ। ਛੋਟੀ ਈਦ 'ਤੇ ਹਾਇਰ ਕਰਦੇ ਨੇ, ਵੱਡੀ ਈਦ ਤੋਂ ਬਾਅਦ ਫਾਰਗ ਕਰ ਦਿੰਦੇ ਨੇ। ਇਹ ਜਦੋਂ ਤੁਸੀਂ ਠੇਕੇ 'ਤੇ ਸ਼ਾਮਾ ਦਿੰਦੇ ਹੋ ਨਾ, ਸੁਥਰਾ ਪੰਜਾਬ ਵੀ ਠੇਕੇ 'ਤੇ ਦਿੱਤਾ ਨਾ, ਜਿਸ ਵੇਲੇ ਤੁਸੀਂ ਠੇਕੇ 'ਤੇ ਦਿੰਦੇ ਹੋ ਨਾ, ਉਹਦੇ ਨਾਲ ਪੂਰਾ ਇੱਕ ਸਿਸਟਮ ਵੀ ਚਾਹੀਦਾ ਠੇਕੇ 'ਤੇ ਦੇਣ ਨਾਲ। ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ। ਐਗਜ਼ਾਮਪਲ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਇਹ ਜਿਹੜਾ ਗੱਡੀਆਂ ਦਾ ਸਿਸਟਮ ਹੁੰਦਾ ਹੈ ਕਿ ਗੱਡੀਆਂ ਧੂਆਂ ਮਾਰਦੀਆਂ ਨੇ ਕਿ ਨਹੀਂ ਮਾਰਦੀਆਂ, ਇਹਨੂੰ ਪ੍ਰਾਈਵੇਟਾਈਜ਼ ਕੀਤਾ ਹੋਇਆ ਹੈ। ਸਰਕਾਰ ਨਹੀਂ ਕਰਦੀ, ਪ੍ਰਾਈਵੇਟ ਕੰਪਨੀਆਂ ਖੁੱਲ੍ਹੀਆਂ ਨੇ, ਉਹਨਾਂ ਦੇ ਕੋਲੋਂ ਤੁਸੀਂ ਸਰਟੀਫਿਕੇਟ ਲੈਂਦੇ ਹੋ ਕਿ ਜੀ ਮੇਰੀ ਗੱਡੀ ਧੂਆਂ ਨਹੀਂ ਮਾਰਦੀ। ਉਹ ਮੁਲਕ ਜਿਹੜੇ ਨੇ ਉਹਨੂੰ ਐਕਸੈਪਟ ਕਰਦੇ ਨੇ ਕਿ ਜੀ ਇਹ ਪ੍ਰਾਈਵੇਟ। ਹੁਣ ਸਾਡੇ ਜ਼ਰਾ ਇਹ ਦੇ ਕੇ ਵੇਖ ਲਓ, ਸਾਡੇ ਤੇ ਡਰਾਈਵਰਸ ਲਾਇਸੈਂਸ ਉਹਨੂੰ ਬਣਾ ਦੇਣੇ ਜਿਹਨੂੰ ਅੱਖਾਂ ਤੋਂ ਨਜ਼ਰ ਨਾ ਆਉਂਦਾ ਹੋਵੇ ਇਹਨਾਂ ਨੇ। ਇਹ ਉਹਨਾਂ ਮੁਲਕਾਂ ਦੇ ਵਿੱਚ ਹੈ ਜਿੱਥੇ ਕੋਈ ਕਾਇਦਾ ਕਾਨੂੰਨ ਹੈ, ਕੋਈ ਅਖਲਾਕੀਆਤ ਹੈ, ਕੋਈ ਇੰਟੈਗਰਿਟੀ ਹੈ, ਉੱਥੇ ਤੁਸੀਂ ਇਹ ਕੰਮ ਕਰ ਸਕਦੇ ਹੋ। ਅੱਗੇ ਚੱਲਦੇ ਜੀ, ਇਹ ਲਾਹੌਰ ਦੀ ਗੱਲ ਸੁਣ ਲਓ ਜੀ। ਲਾਹੌਰ ਦੇ ਵਿੱਚ ਮਨਾਵਾਂ ਦੇ ਇਲਾਕੇ 'ਚ ਰਹਿਮਤ ਟਾਊਨ ਹੈ, ਉੱਥੇ ਫੀ ਘਰ ਨੂੰ 3-3 ਹਜ਼ਾਰ ਪਾਣੀ ਦਾ ਬਿਜਲੀ ਦਾ ਬਿੱਲ ਘੱਲ ਛੱਡਿਆ। ਪਾਣੀ ਦਾ ਬਿਜਲੀ ਦਾ ਕਹਿ ਦਿੱਤਾ, ਪਾਣੀ ਦਾ ਬਿੱਲ 3-3 ਹਜ਼ਾਰ ਰੁਪਈਆ ਫੀ ਘਰ ਵਾਸਾ ਵਾਲਿਆਂ ਨੇ ਪਾਣੀ ਦਾ ਬਿੱਲ ਘੱਲ ਛੱਡਿਆ। ਪਤਾ ਇਹ ਲੱਗਾ ਵੀ ਰਹਿਮਤ ਟਾਊਨ ਦੇ ਵਿੱਚ ਤੇ ਪਾਣੀ ਦੇ ਪਾਈਪ ਹੀ ਨਹੀਂ ਪਾਏ। ਵਾਸਾ ਨੇ ਉੱਥੇ ਪਾਣੀ ਮੁਹੱਈਆ ਹੀ ਨਹੀਂ ਕੀਤਾ ਰਹਿਮਤ ਟਾਊਨ ਦੇ ਵਿੱਚ, ਤੇ ਬਿੱਲ ਘੱਲ ਦਿੱਤਾ ਹਰ ਘਰ ਨੂੰ ਵੀ 3-3 ਹਜ਼ਾਰ ਰੁਪਈਆ ਇੱਥੇ ਬਿੱਲ ਦਿਓ। ਇਹ ਸੋਚਾਂ ਦੇ ਬਿੱਲ ਨੇ। ਹੁਣ ਇਹਨਾਂ ਨੇ ਤੁਹਾਨੂੰ ਕੱਲ੍ਹ ਤੁਹਾਡੇ ਸਾਹਮਣੇ ਅਸੀਂ ਰੱਖਿਆ ਵੀ ਬਾਥਰੂਮ ਟੈਕਸ ਲਾ ਦਿੱਤਾ ਹੈ। ਲੋਕਾਂ ਦਾ ਹਾਸਾ ਨਿਕਲਿਆ ਵੀ ਪਤਾ ਨਹੀਂ ਮਖੌਲ ਹੈ। ਮਖੌਲ ਨਹੀਂ ਹੈ, ਲੋਕਾਂ ਨੂੰ ਨੋਟਿਸ ਚਲੇ ਗਏ ਨੇ। ਰਹੀਮ ਯਾਰ ਖਾਨ ਦੇ ਇੱਕ ਹਸਪਤਾਲ ਨੂੰ 37,500 ਰੁਪਈਏ ਦਾ ਨੋਟਿਸ ਚਲਾ ਗਿਆ ਵੀ ਤੁਹਾਡੇ ਬਾਥਰੂਮ ਨੇ ਟੈਕਸ ਦਿਓ। ਕੱਲ੍ਹ ਤੇ ਉਹ ਭੱਟੀ ਸਾਹਿਬ ਦੀ, ਉਹ ਮੇਰੇ ਮੂੰਹ 'ਚੋਂ ਭੈੜਾ ਲਫ਼ਜ਼ ਪੰਜਾਬੀ 'ਚ ਨਿਕਲ ਜਾਣ ਲੱਗਾ ਸੀ, ਬਾਥਰੂਮ ਦਾ ਜਿਹੜਾ ਇੱਕ ਲਫ਼ਜ਼ ਹੁੰਦਾ ਹੈ, ਕਿ ਉਹ ਰੌਲਾ ਬਣਿਆ ਹੋਇਆ ਸੀ ਉੱਥੋਂ ਦਾ। ਤੁਹਾਨੂੰ ਪਤਾ ਹਾਫਜ਼ਾਬਾਦ ਦਾ, ਕਿ ਉਹ ਉਹਨਾਂ ਨੂੰ ਨਹੀਂ ਕਰਨ ਦਿੱਤਾ, ਮਤਲਬ ਬਾਥਰੂਮ ਦੀ ਨਹੀਂ ਕਰਨ ਦਿੱਤੀ ਬਾਥਰੂਮ ਦੀ ਸਹੂਲਤ ਉੱਥੇ ਇਸਤੇਮਾਲ। ਅਤੇ ਉਹ ਭੱਟੀ ਸਾਹਿਬ ਨੂੰ ਤਾਂ ਛੱਡੋ, ਇਹ ਹੁਣ ਜਿਹੜਾ ਦੂਸਰਾ ਮਸਲਾ ਬਣ ਗਿਆ ਕਿ 2500 ਰੁਪਈਆ ਫੀ ਬਾਥਰੂਮ। ਅਗਰ ਉਹ ਬਾਥਰੂਮ ਜਿਹੜਾ ਉਹ ਕਿਸੇ ਰੈਸਟੋਰੈਂਟ 'ਚ ਹੈ, ਹੋਟਲ 'ਚ ਹੈ, ਉਹ ਕਿਸੇ ਹਸਪਤਾਲ 'ਚ ਹੈ, ਉਹ ਕਿਸੇ ਬੱਸ ਅੱਡੇ 'ਤੇ ਹੈ, ਉਹ ਕਿਸੇ ਵੀ ਜਗ੍ਹਾ 'ਤੇ, ਘਰ ਤੋਂ ਇਲਾਵਾ ਕਿਸੇ ਵੀ ਜਗ੍ਹਾ ਦੁਕਾਨ 'ਤੇ ਹੈ। ਹੁਣ ਸੋਚੋ ਕਿ ਰੈਸਟੋਰੈਂਟ ਨੇ ਲਿਖ ਕੇ ਲਾਇਆ ਹੋਵੇ ਕਿ ਬਾਥਰੂਮ ਘਰ ਕਰਕੇ ਆਏ, ਜਾਂ ਤੁਸੀਂ ਬਾਥਰੂਮ ਕੀਤਾ ਹੈ ਅਤੇ ਜਿਸ ਵੇਲੇ ਬਿੱਲ ਆਇਆ ਰੈਸਟੋਰੈਂਟ ਦਾ ਤਾਂ ਉਹਦੇ 'ਚ ਲਿਖਿਆ 5 ਬਾਥਰੂਮ, ਉਹਦੇ ਵੀ ਅਗਲਿਆਂ ਨੇ 20-20, 25-25 ਰੁਪਈਏ ਤੁਹਾਨੂੰ ਲਾਏ ਨੇ। ਹੁਣ ਦੁਕਾਨਾਂ ਵਾਲਿਆਂ ਨੇ ਉਹਨੂੰ ਵੀ ਪ੍ਰੋਫਿਟ ਦਾ ਕੰਮ ਬਣਾ ਲੈਣਾ। ਜੇ 2500 ਦੇਣਾ ਤਾਂ ਉਹਨਾਂ ਨੇ ਉੱਥੋਂ ਕਹਿਣਾ ਵੀ ਸਾਡਾ ਦਿਲ ਹੈ ਵੀ ਇੱਥੋਂ 20,000 ਕਮਾਓ। ਹੁਣ ਲੋਕਾਂ ਦੇ ਜਿਹੜਾ ਮੈਂ ਕੀ ਕਵਾਂ, ਕੀ ਲਫ਼ਜ਼ ਕਵਾਂ ਵੀ ਲੋਕਾਂ ਦੇ ਹੁਣ ਜਿਹੜੇ ਬੈਤੁਲ ਖੁਲਾ ਦੇ ਉੱਤੇ ਵੀ ਇਹਨਾਂ ਨੇ ਪੈਸੇ ਲਾ ਦਿੱਤੇ ਨੇ।
ਹੁਣ ਇਹਦਾ ਮਤਲਬ ਹੈ ਕਿ ਪੁਰਾਣੀ ਵੈਸੇ ਮਰੀਅਮ ਸਾਹਿਬਾ ਜਿਹੜੀਆਂ ਨਾ ਉਹ ਪੁਰਾਣੇ ਰੋਡਾਂ ਦੇ ਨਾਂ ਰੱਖ ਰਹੀਆਂ ਨੇ, ਸਾਰੇ ਕਦੀਮਾ। ਮੈਨੂੰ ਲੱਗਦਾ ਉਹ ਚਾਹੁੰਦੀਆਂ ਨੇ ਵੀ ਸਾਰੇ ਬੰਦੇ ਸਵੇਰੇ ਸਵੇਰੇ ਲੋਟਾ ਫੜ ਕੇ ਅਤੇ ਮੇਰਾ ਖੇਤਾਂ ਨੂੰ ਜਾਣ, ਉਹ ਜਿਹੜਾ ਪੁਰਾਣਾ ਕੰਮ ਹੁੰਦਾ ਸੀ ਖੁੱਲੀਆਂ ਫਜ਼ਾਵਾਂ ਦੇ ਵਿੱਚ। ਵੈਸੇ ਤਾਂ ਪਹਿਲਾਂ ਤਾਂ ਉਹੀ ਰਿਵਾਜ ਸੀ ਨਾ, ਤੁਹਾਨੂੰ ਪਤਾ ਵੀ ਪਿੰਡਾਂ ਵਾਲੇ ਥੋੜ੍ਹਾ ਦੂਰ ਬਹਿੰਦੇ ਸਨ, ਸਾਰੀ ਗੁਫ਼ਤਗੂ ਵੀ ਕਰ ਲੈਂਦੇ ਸਨ, ਖਵਾਤੀਨ ਵੀ ਸਾਰੀ ਆਪਣੇ ਨੋਟਸ ਐਕਸਚੇਂਜ ਉੱਥੇ ਹੀ ਕਰਦੀਆਂ ਸਨ, ਅਤੇ ਬੰਦੇ ਵੀ ਦੂਰ ਇੱਕ ਦੂਜੇ ਤੋਂ ਬਹਿ ਕੇ, ਅਤੇ ਮੇਰਾ ਮਤਲਬ ਦੂਰ ਕੋਈ ਮੀਲ ਦੂਰ ਨਹੀਂ, ਇਹ ਹੀ ਕੋਈ ਮੇਰਾ ਮਤਲਬ 10-10 20-20 ਫੁੱਟ ਦੂਰ ਬਹਿ ਕੇ ਅਤੇ ਪੂਰਾ ਆਪਣਾ ਇਹ ਵੀ ਆਪਣੀ ਜ਼ਿੰਮੇਦਾਰੀ ਪੂਰੀ ਕਰ ਲੈਣੀ, ਅਤੇ ਨਾਲ ਸਾਰੀ ਜਿਹੜੀ ਦਿਨ ਦੇ ਪੂਰੇ ਦੇ ਜਿਹੜੇ ਨੋਟਸ ਨੇ ਉਹ ਵੀ ਐਕਸਚੇਂਜ ਕਰ ਲੈਣੇ ਵੀ ਫਲਾਣੇ ਦੀ ਘਰ ਕੀ ਹੋਇਆ ਅਤੇ ਫਲਾਨਾ ਕੀ ਹੋਇਆ, ਅਤੇ ਫਲਾਣੇ ਨੇ ਫਸਲ ਬੀਜ ਲਈ ਅਤੇ ਫਲਾਣੇ ਨੇ ਵੱਢ ਲਈ ਅਤੇ ਇਹ ਕਰ ਲਿਆ। ਇਹ ਮਰੀਅਮ ਸਾਹਿਬਾ ਸਾਨੂੰ ਉੱਥੇ ਹੀ ਖੜਨਾ ਚਾਹੁੰਦੇ ਨੇ ਵਾਪਸ ਸਾਰਿਆਂ ਨੂੰ ਵੀ ਲੋਟੇ ਹੱਥਾਂ 'ਚ ਲਵੋ ਅਤੇ ਸਵੇਰੇ ਜ਼ਰਾ ਦੌੜ ਲਾਈ ਹੋਵੇ। ਅੱਛਾ, ਹੁਣ ਕਈ ਬੰਦੇ ਚੌਕਾਂ 'ਚ ਬੈਠੇ ਹੁੰਦੇ ਨੇ, ਇਕੱਲੇ ਹੁੰਦੇ ਨੇ, ਬਜ਼ੁਰਗ ਹੁੰਦੇ, ਉਹਨਾਂ ਦਾ ਦਿਲ ਹੁੰਦਾ ਕਿ ਜਿਹੜਾ ਵੀ ਲੰਘਣ ਵਾਲਾ ਹੋਵੇ ਉਹਨਾਂ ਨਾਲ ਗੱਪ ਲਾ ਕੇ ਜਾਏ। ਹੁਣ ਕਈ ਬੰਦਿਆਂ ਨੇ ਪਿੱਛੋਂ ਸ਼ੂਟ ਫੜੀ ਹੁੰਦੀ ਹੈ, ਉਹ ਜ਼ਾਹਿਰ ਹੈ ਸਮਝਦੇ ਹੋ ਪਿੰਡ ਦੇ ਵਿੱਚ ਅਗਰ ਕਿਸੇ ਦਾ ਵਿਚਕਾਰ ਦਰਮਿਆਨ ਦੇ ਵਿੱਚ ਗੱਬੇ ਸਮਝਦੇ ਹੋ ਨਾ, ਸੈਂਟਰ 'ਚ ਘਰ ਹੈ ਅਤੇ ਉਹਨੇ ਤੁਰ ਕੇ ਜਾਣਾ, ਉਹਨੂੰ 15 ਮਿੰਟ ਲੱਗਣੇ ਨੇ, 20 ਮਿੰਟ ਬਾਥਰੂਮ ਤੱਕ ਜਾਂਦੇ ਆ। ਅਗਰ ਉਹਨੂੰ ਪ੍ਰੈਸ਼ਰ ਜ਼ਿਆਦਾ ਹੈ ਅਤੇ ਉਹਨੇ ਵਿਚਾਰੇ ਨੇ ਲੋਟਾ ਫੜਿਆ ਔਰ ਲਾਈ ਉਹਨੇ ਰੇਸ, ਅਤੇ ਉਹ ਬੰਦੇ ਕਈ ਵਿੱਚੋਂ ਡੱਕਦੇ ਸਨ ਵੀ ਯਾਰ ਗੱਲ ਤਾਂ ਸੁਣ। ਉਹ ਕਹਿੰਦਾ ਸੀ ਮੈਂ ਆ ਕੇ ਸੁਣਦਾ, ਜ਼ਰੂਰੀ ਕੰਮ ਚੱਲਣਾ ਆ ਕੇ ਸੁਣਦਾ। ਕੰਮ ਤਾਂ ਸਾਰਿਆਂ ਨੂੰ ਨਜ਼ਰ ਆ ਰਿਹਾ ਹੁੰਦਾ ਸੀ ਕਿਹੜਾ ਜ਼ਰੂਰੀ। ਹੁਣ ਇਹ ਉਹ ਕੰਮ ਕਰਨਗੇ ਅਤੇ ਹੁਣ ਹਰ ਥਾਂ 'ਤੇ ਲਿਖਿਆ ਹੋਏਗਾ, ਡਾਕਟਰ ਨੇ ਵੀ ਲਿਖਿਆ ਹੋਏਗਾ ਤੁਹਾਨੂੰ ਕਿ ਜਨਾਬ ਬਾਥਰੂਮ ਘਰ ਕਰਕੇ ਆਓ। ਹੁਣ ਤੁਸੀਂ ਵੇਖੋਗੇ ਵੀ ਹੁਣ ਤਾਲੇ ਵਜੇ ਹੋਣਗੇ ਬਾਥਰੂਮਾਂ 'ਤੇ ਤਾਲੇ ਮਾਰਨਗੇ, ਪੈਸੇ ਲੈ ਕੇ ਤਾਲਾ ਖੁੱਲਿਆ ਕਰੇਗਾ ਤੁਹਾਡੇ ਕੋਲੋਂ। ਮਤਲਬ ਕਿਹੜੇ ਪਾਸੇ ਨੂੰ ਲੈ ਚੱਲੇ ਨੇ, ਅਖੀਰ ਹੀ ਕਰ ਦਿੱਤੀ। ਫਿਰ ਉਹ ਆਪਣੀ ਖਾਲਾ ਜੀ ਨੇ ਉੱਥੇ ਤੁਹਾਨੂੰ ਪਤਾ ਹੈ ਵੀ ਉਹ ਸੌਂਫ ਖਾਧੀ ਸੀ। ਇੱਧਰ ਇੱਕ ਵਾਰੀ ਵੀਡੀਓ ਵੇਖ ਲਓ। मैं ये खुशी से कहती हूँ कि हमारी हुकूमत ने दफाई बजट में इजाफा किया, इससे भी ज़्यादा और इजाफा करें तो बेहतर है, क्योंकि जब मुल्क की जब मुल्क में इस्तेहकाम होगा, जब मुल्क के अंदर माली इस्तेहकाम होगा तो हमारी दिफा भी मजबूत होगी। जनाब स्पीकर में मैं ਵੇਖ ਲਈ ਜੇ ਉਹਨਾਂ ਨੇ ਸੌਂਫ ਜਿਹੜੀ ਹੈ ਉਹ ਮੂੰਹ 'ਚੋਂ ਕੱਢੀ ਹੈ ਅਤੇ ਉੱਥੇ ਹੀ ਸੁੱਟ ਦਿੱਤੀ ਹੈ ਥੱਲੇ। ਹੁਣ ਮੈਨੂੰ ਨਹੀਂ ਪਤਾ, ਹੋ ਸਕਦਾ ਨਸਵਾਰ ਹੋਵੇ। ਇਹ ਕਈ ਬੰਦੇ ਆਉਂਦੇ ਨੇ ਵੀ ਉਹ ਸੌਂਫ ਖਾਲਾ ਜੀ ਨੇ ਨਾਂ ਲਿਆ, ਅਸਲ ਦੇ ਵਿੱਚ ਉਹ ਨਸਵਾਰ ਰੱਖਦੇ ਨੇ, ਮੈਨੂੰ ਨਹੀਂ ਪਤਾ ਰੱਖਦੇ ਨੇ ਕਿ ਨਹੀਂ। ਅਤੇ ਉਹ ਖਾਲਾ ਜੀ ਨੇ ਹੁਣ ਪਤਾ ਨਹੀਂ ਸੌਂਫ ਰੱਖੀ ਸੀ ਜਾਂ ਨਸਵਾਰ ਰੱਖੀ ਸੀ, ਪਰ ਜੋ ਵੀ ਰੱਖਿਆ ਉਹਨਾਂ ਕੱਢ ਕੇ ਉੱਥੇ ਸੁੱਟ ਦਿੱਤਾ। ਉਹਨਾਂ ਕਿਹਾ ਕੰਮ ਹੀ ਮੁਕਾਓ। ਅਤੇ ਹੁਣ ਅਸੀਂ ਇਸ ਤਰ੍ਹਾਂ MNA ਬਣਾ ਦਿੱਤੇ ਨੇ। ਅਤੇ ਇਹ ਇੱਥੇ ਰਿਵਾਜ ਹੈ ਜਨਾਬ ਸਾਰਾ, ਜਿਹੜਾ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਨਾਲ ਮੇਰਾ ਮਤਲਬ ਤੁਹਾਡੀ ਖਿਦਮਤ ਵਗੈਰਾ ਕਰੇ ਉਹਨੂੰ ਚੁੱਕ ਕੇ MNA ਬਣਾ ਦਿੰਦੇ ਨੇ ਅਤੇ ਕਹਿੰਦੇ ਨੇ ਵੀ ਕੰਮ ਜਿਹੜਾ ਉਹ ਖਿੱਚ ਕੇ ਰੱਖੋ। ਅੱਛਾ ਜੀ, ਅੱਗੇ ਪੰਜਾਬ ਪੁਲਿਸ ਨੰਬਰ 1 ਆਈ ਹੈ ਕਰਪਸ਼ਨ ਦੇ ਵਿੱਚ। ਇਹ ਸ਼ੱਬਰ ਜ਼ੈਦੀ ਸਾਹਿਬ ਕਹਿੰਦੇ ਨੇ, ਉਹ ਕਹਿੰਦੇ ਨੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਕਰਪਸ਼ਨ ਇੰਡੈਕਸ ਜਿਹੜਾ ਉਹਨੂੰ ਚੁੱਕੋ, ਅਤੇ ਸਭ ਤੋਂ ਜ਼ਿਆਦਾ ਕਰਪਸ਼ਨ ਕਿੱਥੇ ਹੋਈ ਹੈ, ਉਹ ਪੰਜਾਬ 'ਚ ਹੋਈ ਹੈ ਅਤੇ ਪੰਜਾਬ ਦੀ ਪੁਲਿਸ ਨੇ ਕੀਤੀ ਹੈ। ਉਹ ਕਹਿੰਦੇ ਨੇ ਨੰਬਰ 1 'ਤੇ ਆਈ ਹੈ ਪੁਲਿਸ। ਇਹ ਮੇਰਾ ਖਿਆਲ ਹੈ ਬਾਜੀ ਨੂੰ ਬੜਾ ਪਸੰਦ ਆਉਣਾ ਮਹਿਕਮਾ। ਬਾਜੀ ਕਿਤੇ ਇਹਨਾਂ ਨੂੰ ਬੋਨਸ ਹੀ ਨਾ ਦੇ ਦੇ ਇਸ ਗੱਲ ਦੇ ਉੱਤੇ ਵੀ ਇਹ ਨੰਬਰ 1 ਆ ਗਏ ਜੇ। ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰਾਖਾ।